ਜੈ ਲਖਦਾਤਾ ਪੀਰ ਦੀ ਮੌਜ਼ ਫਕੀਰ ਦੀ। ਇੱਕ ਵਾਰ ਇੱਕ ਰਾਜੇ ਨੇ ਦਰਬਾਰ ਸਜਾਇਆ ਹੋਇਆ ਸੀ ਤਾਂ ਉਸਨੇ ਆਪਣੇ ਨਗਰ ਦੇ ਵਿੱਚ ਲੋਸਮੈਂਟ ਕਰ ਦਿੱਤੀ ਕਿ ਜਿਸ ਨੂੰ ਵੀ ਜੋ ਜੋ ਚੀਜ਼ ਚਾਹੀਦੀ ਆ ਉਹ ਲਿਜਾ ਸਕਦਾ ਹੈ। ਰਾਜੇ ਨੇ ਆਪਣੇ ਮਹਿਲ ਦੇ ਵਿੱਚ ਬੋਰੀਆਂ ਵਿੱਚ ਸੋਨਾ, ਚਾਂਦੀ, ਹੀਰੇ ਜਵਾਹਰਤ, ਪੈਸੇ ਸਾਰੇ ਬੋਰੀਆਂ 'ਚ ਭਰ ਕੇ ਢੇਰ ਲਗਾ ਦਿੱਤਾ। ਅਲੱਗ-ਅਲੱਗ ਜਗ੍ਹਾ ਰੱਖ ਦਿੱਤੀਆਂ ਤੇ ਉਸਨੇ ਲੋਸਮੈਂਟ ਕਰ ਦਿੱਤੀ ਨਗਰ ਦੇ ਵਿੱਚ ਜਿਸ ਨੂੰ ਵੀ ਜੋ ਚਾਹੀਦਾ ਉਹ ਲਿਜਾ ਸਕਦਾ ਆ। ਜਿਹੜਾ ਵੀ ਆ ਕੇ ਇਨਸਾਨ ਜਿਸ ਚੀਜ਼ ਦੇ ਹੱਥ ਰੱਖੂਗਾ ਉਹ ਚੀਜ਼ ਉਸ ਦੀ ਹੋ ਜਾਵੇਗੀ। ਤਾਂ ਦੁਨੀਆ ਨੇ, ਲੋਕਾਂ ਨੇ ਜੋ ਸੁਣਿਆ, ਲਾਲਚ ਦੇ ਮਾਰੇ ਦੁਨੀਆ ਭੱਜ ਕੇ ਜੋ ਰਾਜੇ ਦਰਬਾਰ ਪਹੁੰਚੀ ਤਾਂ ਕਿਸੇ ਨੇ ਪੈਸਾ ਚੱਕਿਆ, ਕਿਸੇ ਨੇ ਹੀਰੇ ਜਵਾਹਰ ਚੱਕੇ, ਕਿਸੇ ਨੇ ਸੋਨਾ ਚੱਕਿਆ, ਕਿਸੇ ਨੇ ਚਾਂਦੀ ਚੱਕਿਆ। ਜਿਹੜਾ ਜਿੱਥੇ ਹੱਥ ਰੱਖਿਆ ਕਰੇ ਰਾਜਾ ਉਸ ਨੂੰ ਉਹ ਚੀਜ਼ ਦੇ ਦਿਆ ਕਰੇ। ਕਾਫੀ ਸਮਾਂ ਬੀਤਦਾ ਗਿਆ ਤੇ ਇੱਕ ਛੋਟਾ ਜਿਹਾ ਬਾਲਕ, ਛੋਟਾ ਜਿਹਾ ਮੁੰਡਾ ਖੇਡਦਾ ਰਾਜੇ ਦੇ ਕੋਲ ਪਹੁੰਚ ਗਿਆ ਤਾਂ ਉਸਨੇ ਜਾ ਕੇ ਰਾਜੇ ਦੇ ਸਿਰ ਤੇ ਹੱਥ ਰੱਖ ਦਿੱਤਾ। ਰਾਜੇ ਨੇ ਉਸ ਬੇਟੇ ਨੂੰ, ਉਸ ਮੁੰਡੇ ਨੂੰ ਕਿਹਾ ਕਿ ਬੇਟੇ ਇੰਨਾ ਕੁਝ ਪਿਆ ਆ, ਸੋਨਾ ਪਿਆ, ਚਾਂਦੀ ਪਏ, ਹੀਰੇ ਪਏ, ਜਵਾਹਰਤ ਪਏ ਆ, ਇਹ ਤੋਂ ਜੋ ਤੇਰਾ ਦਿਲ ਕਰਦਾ ਇਹ ਤੂੰ ਮੇਰੇ ਸਿਰ ਤੇ ਕਿਉਂ ਹੱਥ ਰੱਖਦਾ ਪਿਆ? ਤੂੰ ਇਹ ਚੀਜ਼ਾਂ ਦੇ ਹੱਥ ਰੱਖ, ਤੈਨੂੰ ਜੋ ਚਾਹੀਦਾ ਮੈਂ ਤੈਨੂੰ ਦੇ ਦਾਂਗਾ। ਤਾਂ ਉਹ ਛੋਟਾ ਜਿਹਾ ਲੜਕਾ ਰਾਜੇ ਨੂੰ ਕਹਿ ਰਿਹਾ ਕਿ ਮਹਾਰਾਜ, ਤੁਸੀਂ ਸ਼ਹਿਰ ਦੇ ਵਿੱਚ, ਨਗਰ ਦੇ ਵਿੱਚ ਲੋਸਮੈਂਟ ਕੀਤੀ ਸੀ ਕਿ ਜਿਹੜਾ ਇਨਸਾਨ ਜਿਸ ਚੀਜ਼ ਦੇ ਹੱਥ ਰੱਖੇਗਾ ਉਹ ਪਦਾਰਥ ਉਹਦੇ ਹੋ ਜਾਣਗੇ, ਤੇ ਮੈਂ ਤੁਹਾਡੇ ਸਿਰ ਤੇ ਹੱਥ ਰੱਖ ਦਿੱਤਾ ਤੇ ਹੁਣ ਤੁਸੀਂ ਮੇਰੇ ਹੋ ਗਏ। ਤਾਂ ਰਾਜੇ ਨੇ ਕਿਹਾ ਕਿ ਇੰਨੇ ਪਦਾਰਥ ਪਏ ਨੇ, ਤੂੰ ਉਹ ਲੈ ਲੈ ਜੋ ਲੈਣਾ, ਤੂੰ ਮੇਰੇ ਸਿਰ ਤੇ ਕਿਉਂ ਹੱਥ ਰੱਖ ਦਿੱਤਾ? ਤਾਂ ਉਸ ਲੜਕੇ ਨੇ ਕਿਹਾ ਕਿ ਮਹਾਰਾਜ, ਮੈਂ ਤੁਹਾਡੇ ਸਿਰ ਤੇ ਹੱਥ ਰੱਖ ਦਿੱਤਾ, ਹੁਣ ਤੁਸੀਂ ਕਿਹਦੇ ਹੋਏ? ਮੇਰੇ ਹੋਏ ਨਾ। ਜੇ ਤੁਸੀਂ ਮੇਰੇ ਹੋ ਤਾਂ ਜਿਹੜੇ ਧਨ ਪਦਾਰਥ ਨੇ, ਹੀਰੇ ਜਵਾਹਰਤ ਨੇ, ਸੋਨਾ ਚਾਂਦੀ ਆ, ਪੈਸੇ ਨੇ, ਇਹ ਕਿਹਦੇ ਨੇ? ਕਿਹਦੇ ਹੋ ਗਏ? ਜੇ ਤੁਸੀਂ ਮੇਰੇ ਆ ਤੇ ਇਹ ਜਿਹੜਾ ਸਮਾਨ ਤੁਹਾਡਾ ਹੀ ਹੈ ਨਾ, ਤੇ ਉਹ ਕਿਹਦਾ ਹੋਇਆ? ਮੇਰਾ ਹੀ ਹੋ ਗਿਆ ਨਾ। ਤੇ ਸੋ ਇਸੇ ਤਰ੍ਹਾਂ ਹਮੇਸ਼ਾ ਤੁਸੀਂ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਿਆ ਕਰੋ, ਗੁਰੂ ਦੇ ਕੋਲੋਂ ਹਮੇਸ਼ਾ ਗੁਰੂ ਨੂੰ ਮੰਗਿਆ ਕਰੋ। ਕਿਉਂਕਿ ਜੇ ਪਰਮਾਤਮਾ ਨੂੰ ਅਸੀਂ ਮੰਗਾਂਗੇ, ਜੇ ਪਰਮਾਤਮਾ ਹੀ ਸਾਡੇ ਨਾਲ ਆ, ਦੁਨੀਆ ਬਣਾਉਣ ਵਾਲਾ ਸਾਡੇ ਨਾਲ ਆ, ਤੇ ਜੋ ਉਹਨੇ ਸ੍ਰਿਸ਼ਟੀ ਬਣਾਈ ਆ, ਜੋ ਉਹਨੇ ਸੰਸਾਰ ਦੇ ਪਦਾਰਥ ਬਣਾਏ, ਉਹ ਕਿਹਦੇ ਹੋਏ? ਆਪਣੇ ਹੋਏ ਨਾ, ਉਹਦੇ ਬੱਚਿਆਂ ਦੇ ਹੋਏ ਨਾ। ਜਿਸ ਤਰ੍ਹਾਂ ਮਾਂ-ਬਾਪ ਦੀ ਪ੍ਰਾਪਰਟੀ ਹੁੰਦੀ ਆ, ਮਾਂ-ਬਾਪ ਦੀ ਜ਼ਮੀਨ ਜਾਇਦਾਦ ਹੁੰਦੀ ਆ, ਮਾਂ-ਬਾਪ ਦਾ ਧਨ ਦੌਲਤ ਹੁੰਦਾ, ਸਾਰਾ ਕਿਹਦਾ ਹੁੰਦਾ? ਬੱਚਿਆਂ ਦਾ। ਠੀਕ ਹੈ ਨਾ। ਇਸੇ ਤਰ੍ਹਾਂ ਪਰਮਾਤਮਾ ਦੀ, ਆਪਾਂ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਹੀ ਮੰਗਾਂਗੇ, ਜਾਂ ਪਰਮਾਤਮਾ ਜਿਹੜੀ ਸ੍ਰਿਸ਼ਟੀ ਆ ਉਹ ਕਿਹਦੀ ਹੋਈ? ਤੁਹਾਡੇ ਹੋਈ ਨਾ, ਆਪਣੀ ਹੋਈ ਨਾ। ਤੇ ਆਪਾਂ ਬਾਦਸ਼ਾਹ ਦੇ ਪੁੱਤ ਨਾ, ਆਹੀ ਬਾਦਸ਼ਾਹ ਬਣ ਕੇ ਰਹਿਣਾ, ਰਾਜਾ ਪੁੱਤਰ ਰਾਜੇ ਬਣ ਕੇ ਰਹਿਣਾ, ਭਿਖਾਰੀ ਨਹੀਂ ਬਣਨਾ। ਪਰ ਬੜੇ ਅਫਸੋਸ ਦੀ ਗੱਲ ਆ ਕਿ ਅਸੀਂ ਸਾਰੇ ਭਿਖਾਰੀ ਬਣੇ ਹੋਏ ਆ। ਸਵੇਰ ਉੱਠਦੇ ਸਾਰੇ ਅੱਖਾਂ ਖੋਲ੍ਹਦੀਆਂ, ਬਾਹਰ ਦਾਸ ਸਾਹਿਬ ਬੇਨਤੀ ਕਰਨੀ ਸ਼ੁਰੂ ਕਰ ਦਿੰਦੇ, ਮੇਰੇ ਪੇਪਰਾਂ 'ਚ ਬਾਬਾ ਜੀ ਪਾਸ ਕਰਾ ਦਿਓ, ਮੇਰਾ ਵਿਆਹ ਹੋ ਜਾਵੇ, ਮੈਨੂੰ ਗੱਡੀਆਂ ਕਾਰਾਂ ਮਿਲ ਜਾਣ, ਮੈਨੂੰ ਨੌਕਰੀ ਵਧੀਆ ਮਿਲ ਜਾਵੇ, ਮੈਨੂੰ ਮੁੰਡਾ ਹੋ ਜਾਵੇ, ਮੇਰੇ ਵਿਆਹ ਸ਼ਾਦੀ ਹੋ ਜਾਣ, ਮੇਰੇ ਕਾਰੋਬਾਰ ਚੱਲ ਪਵੇ, ਹੈ ਨਾ। ਸੋ ਇਸ ਸੰਸਾਰ ਦੀਆਂ ਚੀਜ਼ਾਂ ਉੱਡਦੇ ਸਾਰੀ ਮੰਗਣੀਆਂ ਸ਼ੁਰੂ ਕਰ ਦਿੰਦੇ ਆ। ਜੇ ਮੰਨ ਲਓ ਰੱਬ ਨੇ ਦੇ ਦਿੱਤਾ, ਜੇ ਪ੍ਰਮਾਤਮਾ ਤੁਹਾਨੂੰ ਉਹ ਚੀਜ਼ਾਂ ਦੇ ਦਿੱਤੀਆਂ, ਕੀ ਤੁਸੀਂ ਦੁਬਾਰਾ ਤਾਂ ਨਹੀਂ ਮੰਗੋਗੇ? ਕੀ ਤੁਹਾਨੂੰ ਠਹਿਰਾਅ ਮਿਲ ਜਾਏਗਾ ਤੁਹਾਡੀ ਜ਼ਿੰਦਗੀ ਵਿੱਚ? ਕਦੇ ਨਹੀਂ ਮਿਲ ਸਕਦਾ, ਕਿਉਂਕਿ ਇਹ ਸੰਸਾਰ ਆ, ਇਹ ਦੁਨੀਆ ਆ। ਪੰਡਾ ਭੰਡਾਰੀਆ ਕਿੰਨਾ ਕੁਪਾ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਕਿਉਂਕਿ
ਇੱਕ ਚੀਜ਼ ਤੁਹਾਡੀ ਡਿਮਾਂਡ ਖਤਮ ਨਹੀਂ ਹੁੰਦੀ, ਜਦ ਦੀ ਦੂਜੀ ਸ਼ੁਰੂ ਹੋ ਜਾਂਦੀ ਆ, ਦੂਜੀ ਮਿਲਦੀ ਆ, ਤੀਜੀ ਸ਼ੁਰੂ ਹੋ ਜਾਂਦੀ ਆ। ਕਿਉਂਕਿ ਇਹ ਸੰਸਾਰ ਆ, ਇੱਥੇ ਤੁਹਾਡੀਆਂ ਜ਼ਰੂਰਤਾਂ, ਜੇ ਤੁਸੀਂ ਆਪਣੀ ਲੋੜ ਪੂਰੀ ਕਰੋਗੇ ਤਾਂ ਤੁਸੀਂ ਖੁਸ਼ ਰਹੋਗੇ, ਆਨੰਦ ਵਿੱਚ ਰਹੋਗੇ। ਜੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋਗੇ ਤਾਂ ਇਹ ਕਦੇ ਖਤਮ ਹੋਣ ਵਾਲੇ ਨਹੀਂ ਹੈਗੇ। ਇਹ ਤੁਹਾਡੇ ਦੁੱਖ ਦਾ ਕਾਰਨ ਬਣੇਗੇ, ਇਹ ਤੁਹਾਡੇ ਤਕਲੀਫ ਦਾ ਕਾਰਨ ਬਣਨਗੇ। ਆਪਣੀਆਂ ਲੋੜਾਂ ਨੂੰ ਪੂਰੀਆਂ ਕਰੋ, ਆਪਣੇ ਸ਼ੌਂਕ ਪੂਰੇ ਨਾ ਕਰੋ। ਸ਼ੌਂਕ ਕਦੇ ਕਿਸੇ ਦੇ ਪੂਰੇ ਨਹੀਂ ਹੋਏ। ਅੱਜ ਤੁਹਾਡੇ ਕੋਲ ਮੋਟਰਸਾਈਕਲ ਆ, ਤੁਸੀਂ ਕਹੋਗੇ ਮੈਨੂੰ ਕਾਰ ਚਾਹੀਦੀ ਆ, ਕਾਰ ਆ ਗਈ, ਨਹੀਂ ਛੋਟੀ ਨੂੰ ਵੱਡੀ ਕਾਰ ਚਾਹੀਦੀ ਆ। ਇੱਕ ਕੋਠੀ ਬਣ ਗਈ, ਇੱਕ ਘਰ ਬਣ ਗਿਆ, ਨਹੀਂ ਦੂਜਾ ਘਰ ਚਾਹੀਦਾ, ਮੈਂ ਕਿਰਾਏ ਤੇ ਚੜਾਂਗਾ, ਮੈਨੂੰ ਕਿਰਾਇਆ ਆਵੇਗਾ। ਜੇ ਉਹ ਵੀ ਬਣ ਗਿਆ, ਕਹਿੰਦਾ ਹੋਰ ਬਣ ਜਾਵੇ, ਮੈਨੂੰ ਹੋਰ ਕਿਰਾਇਆ ਆਵੇ। ਕੋਈ ਸਾਡੀ ਲਾਲਸਾ ਹੀ ਨਹੀਂ ਖਤਮ ਹੁੰਦੀ। ਅਸੀਂ ਕਰਨ ਕੀ ਆਏ ਸੀ ਸੰਸਾਰ ਵਿੱਚ, ਕਰ ਕੀ ਰਹੇ ਹਾਂ? ਇਹ ਜੀਵਨ ਸਾਨੂੰ ਭਗਤੀ ਕਰਨ ਵਾਸਤੇ ਮਿਲਿਆ, ਇਹ ਬੰਦਗੀ ਕਰਨ ਵਾਸਤੇ ਮਿਲਿਆ। ਇਹ ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਪੀਰ ਫਕੀਰ ਆਏ ਨੇ, ਗੁਰੂ ਮਹਾਰਾਜ ਆਏ ਨੇ, ਸਾਰਿਆਂ ਨੇ ਨਾਮ ਦਾ ਹੁਕਾ ਦਿੱਤਾ। ਸਾਰਿਆਂ ਨੇ ਇੱਕੋ ਕਿਹਾ, ਬੇਟੇ ਸਿਮਰਨ ਕਰੋ, ਨਾਮ ਜਪੋ, ਬੰਦਗੀ ਕਰੋ, ਭਗਤੀ ਕਰੋ। ਪਰ ਅਸੀਂ ਨਾਮ ਜਪਣ ਦੀ ਬਜਾਏ, ਪ੍ਰਭੂ ਦਾ ਨਾਮ ਜਪਣ ਦੀ ਬਜਾਏ, ਅਸੀਂ ਸੰਸਾਰ ਦਾ ਹੀ ਨਾਮ ਜਪੀ ਜਾ ਰਹੇ ਹਾਂ, ਧੀਆਂ ਪੁੱਤਰਾਂ ਦਾ ਹੀ ਨਾਮ ਜਪੀ ਜਾ ਰਹੇ ਹਾਂ, ਹਾਏ ਪੈਸਾ, ਹਾਏ ਪੈਸੇ ਦਾ ਹੀ ਨਾਮ ਜਪੀ ਜਾ ਰਹੇ ਹਾਂ। ਦੁਨੀਆ ਨੂੰ ਅਸੀਂ ਪੁੱਜੀ ਜਾ ਰਹੇ ਹਾਂ, ਦੁਨੀਆ ਨੂੰ ਅਸੀਂ ਪਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਹਾਂ। ਪਰ ਜਿਹਨੇ ਦੁਨੀਆ ਨੂੰ ਬਣਾਇਆ, ਅਸੀਂ ਉਹਨੂੰ ਪਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ? ਜਿਹਨੇ ਇਹ ਧਨ ਪਦਾਰਥ ਬਣਾਇਆ, ਅਸੀਂ ਉਸ ਨੂੰ ਪਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ? ਇੱਕ ਛੋਟੇ ਜਿਹੇ ਬੇਟੇ ਨੇ ਕਿੰਨੀ ਸਮਝਦਾਰੀ ਵਰਤੀ ਕਿ ਉਸਨੇ ਰਾਜੇ ਦੇ ਸਿਰ ਤੇ ਹੱਥ ਰੱਖ ਦਿੱਤਾ ਕਿ ਰਾਜਾ ਤੂੰ ਮੇਰਾ ਨਾ, ਤੇ ਜਿਹੜੇ ਧਨ ਪਦਾਰਥ ਨੇ ਇਹ ਮੇਰੇ ਹੋਏ ਨਾ, ਜੋ ਤੇਰਾ ਉਹ ਸਭ ਕੁਝ ਮੇਰਾ ਹੀ ਹੋਇਆ ਨਾ। ਜੇ ਅਸੀਂ ਪ੍ਰਮਾਤਮਾ ਨੂੰ ਮੰਗ ਲਾਵਾਂਗੇ ਤਾਂ ਪ੍ਰਮਾਤਮਾ ਜਿਹੜੇ ਪ੍ਰਾਪਰਟੀ ਆ, ਜ਼ਮੀਨ ਆ, ਜਾਇਦਾਦ ਆ, ਇਹ ਸਾਰੀ ਕਿਹਦੀ ਹੋਈ? ਤੁਹਾਡੀ ਹੋਈ ਨਾ। ਉਹ ਤਾਂ ਸੁੱਖਾਂ ਦੀ ਖਾਨ ਆ। ਤੇ ਇਸ ਲਈ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਿਆ ਕਰੋ, ਗੁਰੂ ਦੇ ਕੋਲੋਂ ਹਮੇਸ਼ਾ ਗੁਰੂ ਨੂੰ ਮੰਗਿਆ ਕਰੋ। ਪੈਸੇ ਸੁੱਖ ਹੁੰਦਾ ਤੇ ਅੱਜ ਸਾਰਾ ਸੰਸਾਰ ਸੁਖੀ ਹੋ ਜਾਣਾ ਚਾਹੀਦਾ। ਫਿਰ ਰਾਜੇ ਮਹਾਰਾਜੇ ਲੀਡਰ ਸੁਖੀ ਹੋ ਜਾਣੇ ਸੀ। ਲੀਡਰਾਂ ਕੋਲ ਇੰਨਾ ਪੈਸਾ ਹੋਣ ਦੇ ਬਾਅਦ ਵੀ ਉਹ ਹਾਏ ਪੈਸਾ, ਹਾਏ ਪੈਸਾ, ਹਾਏ ਪੈਸਾ ਕਰੀ ਜਾਂਦੇ ਆ। ਅੱਜ ਵੀ ਬੇਈਮਾਨੀ ਠੁੱਗਿਆ ਠੋਰੀ। ਖਾਣੇ ਤਾਂ 2 ਫੁਲਕੇ ਆ ਨਾ, ਖਾਣੇ ਤਾਂ 2 ਰੋਟੀਆਂ ਨਾ, ਪਰ ਉਹਨਾਂ ਨੂੰ ਪੈਸੇ ਦੀ ਭੁੱਖ ਦੀ ਖਾਤਰ ਉਹਨਾਂ ਦੀ ਨੀਅਤ ਹੀ ਨਹੀਂ ਭਰਦੀ ਪਈ। ਹਾਏ ਪੈਸਾ, ਹਾਏ ਪੈਸਾ, ਹਾਏ ਪੈਸਾ, ਫਿਰ ਵੀ ਦੁਖੀ ਤੇ ਦੁਖੀ ਰਹੇ। ਫਿਰ ਅਸੀਂ ਕਿਉਂ ਪੈਸੇ ਮਗਰ ਭੱਜੀ ਜਾ ਰਹੇ ਹਾਂ? ਕਿਉਂ ਅਸੀਂ ਆਪਣੇ ਰਿਸ਼ਤੇ ਨਾਤੇ ਖਤਮ ਕਰੀ ਜਾ ਰਹੇ ਹਾਂ? ਕਿਉਂ ਅਸੀਂ ਪ੍ਰੇਮ ਨੂੰ ਖਤਮ ਕਰੀ ਜਾ ਰਹੇ ਹਾਂ? ਇੱਕ ਦੂਜੇ ਨਾਲ ਪ੍ਰੇਮ ਕਰੋ, ਇੱਕ ਦੂਜੇ ਦਾ ਸਤਿਕਾਰ ਕਰੋ, ਇੱਕ ਦੂਜੇ ਦੀ ਸਹਾਇਤਾ ਕਰੋ। ਇਹ ਇਨਸਾਨੀ ਚੋਲੇ ਦਾ, ਇਨਸਾਨੀ ਜਨਮ ਦਾ, ਇੱਕ ਮਨੁੱਖੀ ਜਨਮ ਦਾ ਇਹ ਫਰਜ਼ ਆ। ਇੱਕ ਦੂਜੇ ਦੀ ਸਹਾਇਤਾ ਕਰਨੀ, ਇੱਕ ਦੂਜੇ ਨਾਲ ਪ੍ਰੇਮ ਕਰਨਾ, ਇਹ ਇਨਸਾਨੀ ਚੋਲੇ ਦਾ ਫਰਜ਼ ਆ। ਫਿਰ ਪਹਿਲਾ ਫਰਜ਼ ਜਿਹੜਾ ਹੈ ਬੰਦਗੀ ਕਰਨਾ, ਭਗਤੀ ਕਰਨਾ, ਨਾਮ ਜਪਣਾ। ਦੂਜਾ ਫਰਜ਼ ਇਨਸਾਨੀ ਦੇ ਨਾਤੇ ਕਿ ਅਸੀਂ ਇੱਕ ਦੂਜੇ ਨਾਲ ਪ੍ਰੇਮ ਕਰੀਏ, ਇੱਕ ਦੂਜੇ ਦੀ ਸਹਾਇਤਾ ਕਰੀਏ। ਇਸ ਲਈ ਮੇਰੇ ਆਪ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ, ਹਮੇਸ਼ਾ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਣਾ ਹੈਗਾ, ਸੰਸਾਰ ਦੇ ਪਦਾਰਥ ਨਹੀਂ ਮੰਗਣੇ। ਠੀਕ ਹੈ? ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗਣਾ, ਸੰਸਾਰ ਦੇ ਪਦਾਰਥ ਨਹੀਂ ਮੰਗਣੇ। ਔਰ ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਰਿਹਾ ਕਰੋ। ਘੱਟੋ ਘੱਟ 2.5 ਘੰਟੇ ਦਾ ਤੁਹਾਡਾ ਰੋਜ਼ ਦਾ ਅਭਿਆਸ ਹੋਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਵੀ ਸਮਾਂ ਮਿਲੇ ਤੁਹਾਡੇ ਕੋਲੋਂ, ਦੁਪਹਿਰੇ ਸਮਾਂ ਮਿਲੇ, ਸ਼ਾਮ ਨੂੰ ਸਮਾਂ ਮਿਲੇ, ਰਾਤ ਨੂੰ ਸਮਾਂ ਮਿਲੇ, ਤਾਂ ਉਹਦੀ ਯਾਦ ਵਿੱਚ ਬੈਠ ਜਾਇਆ ਕਰੋ। ਜ਼ਰੂਰੀ ਨਹੀਂ ਕਿ ਆਪਾਂ 2.5 ਘੰਟੇ ਸਾਡੀ ਕੰਮ ਕਰ ਲਿਆ ਬਹੁਤ ਆ, ਇਹ ਬਹੁਤ ਨਹੀਂ, ਵੀ ਘੱਟ ਆ, ਬਹੁਤ ਘੱਟ ਆ। ਜੇ ਤੁਸੀਂ 24 ਘੰਟੇ ਕਰ ਲਿਆ ਨਾ ਸਿਮਰਨ ਬੰਦਗੀ ਦਾ, ਉਹ ਵੀ ਘੱਟ ਆ। ਜਿੰਨੇ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ। ਤੇ ਇਸ ਕਰਕੇ ਵੱਧ ਤੋਂ ਵੱਧ ਸਮਾਂ ਨਿੰਦਾ ਚੁਗਲੀ ਕਰਨ ਦੀ ਬਜਾਏ, ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਪ੍ਰਭੂ ਦੀ ਯਾਦ 'ਚ ਬਹਿ ਜਾ ਕਰੋ।
ਪ੍ਰਭੂ ਦੀ ਭਗਤੀ ਸਿਮਰਨ ਕਰਿਆ ਕਰੋ, ਭਗਤੀ ਕਰਿਆ ਕਰੋ। ਉਹ ਤੱਕ ਟਿਕੇ ਨਾ ਬੈਠੋ, ਸ਼ਾਂਤ ਨਾ ਬੈਠੋ ਜਦ ਤੱਕ ਤੁਸੀਂ ਇੱਥੇ ਨਹੀਂ ਪਹੁੰਚਦੇ। ਤੁਹਾਡੇ ਅੰਦਰ ਦੇ ਵਿੱਚ ਪ੍ਰਕਾਸ਼ ਹੋਣਾ ਚਾਹੀਦਾ ਹੈ, ਜੋਤਾਂ ਜਗਣੀ ਚਾਹੀਦੀਆਂ, ਠੀਕ ਹੈ। ਇੱਥੇ ਪਹੁੰਚ ਜਾਓ, ਉਹ ਤੱਕ ਟਿਕੇ ਨਾ ਬੈਠੋ। ਵੱਧ ਤੋਂ ਵੱਧ ਬੰਦਗੀ ਕਰੋ, ਵੱਧ ਤੋਂ ਵੱਧ ਭਗਤੀ ਕਰੋ। ਬਸ ਜਦੋਂ ਇਹ ਦੁਆਰ ਖੁੱਲ ਗਿਆ ਫਿਰ ਤਾਂ ਤੁਹਾਡੇ ਚੱਲਦੇ ਫਿਰਦੇ ਵੀ ਤੁਹਾਡੀ ਗੱਲ ਬਣਦੀ ਰਹਿਣੀ ਹੈ। ਬਸ ਤੁਸੀਂ ਰੋਜ਼ ਸਿਮਰਨ ਕਰੋ, ਰੋਜ਼ ਸਿਮਰਨ ਕਰੋ। ਇਹ ਕਰਨਾ ਪੈਣਾ ਹੀ ਪੈਣਾ, ਅੱਜ ਕਰ ਲਓ ਚਾਹੇ ਕੱਲ ਕਰ ਲਓ, ਭਗਤੀ ਕਰਨੀ ਹੀ ਪੈਣੀ। ਇਹਦਾ ਫਾਇਦਾ ਵੀ ਤੁਹਾਨੂੰ ਹੀ ਹੈ, ਠੀਕ ਹੈ। ਆਪੇ ਮਰੇ ਸਵਰਗ ਮਿਲਦਾ ਹੁੰਦਾ, ਤੇ ਕਰਨੀ ਦਾ ਮਾਰਗ ਆ, ਕਰਕੇ ਹੀ ਮਿਲਣਾ। ਇਹ ਗੱਲਾਂ ਨਾਲ ਪਕੌੜੇ ਨਹੀਂ ਬਣਾਣੇ ਆਪਾਂ, ਗੱਲਾਂ ਬਾਤਾਂ ਨੂੰ ਕੁਛ ਨਹੀਂ ਬਣਨ ਵਾਲਾ। ਇਹ ਕਰਨੀ ਦਾ ਮਾਰਗ ਆ, ਪ੍ਰੈਕਟੀਕਲ ਕਰੋ ਬਸ, ਠੀਕ ਹੈ। ਬਾਹਰੋਂ ਧਿਆਨ ਹਟਾ ਕੇ ਆਪਣੇ ਅੰਤਰ ਵਿੱਚ ਧਿਆਨ ਲਗਾਉਣ ਦੀ ਕੋਸ਼ਿਸ਼ ਕਰੋ, ਠੀਕ ਹੈ। ਇਹ 9 ਦਰਵਾਜ਼ੇ ਬੰਦ ਹੋਣਗੇ ਤਾਂ ਹੀ 10ਵਾਂ ਦਰਵਾਜ਼ਾ ਖੁੱਲੇਗਾ। ਜਦ ਤੱਕ ਤੁਹਾਡੇ 9 ਦਰਵਾਜ਼ੇ ਖੁੱਲੇ ਨੇ ਤਦ ਤੱਕ 10ਵਾਂ ਦਰਵਾਜ਼ਾ ਨਹੀਂ ਖੁੱਲਣਾ। ਇਹ ਸਰੀਰ ਦੇ 9 ਦਰਵਾਜ਼ਿਆਂ ਨੂੰ ਬੰਦ ਕਰੋ, 10ਵਾਂ ਤਾਂ ਹੀ ਖੁੱਲੇਗਾ। ਰੋਜ਼ ਧਿਆਨ ਲਗਾਓ, ਰੋਜ਼ ਧਿਆਨ ਲਗਾਓ। ਜੋ ਵੀ ਮਿਲਣਾ ਧਿਆਨ ਦੇ ਗਰਭ ਚੋਂ ਮਿਲਣਾ, ਠੀਕ ਹੈ। ਇੱਕ ਨਾ ਇੱਕ ਦਿਨ ਮੈਂ ਉਮੀਦ ਕਰਦਾ ਤੁਹਾਡੀ ਗੱਲ ਜ਼ਰੂਰ ਬਣੇਗੀ। ਮੈਂ ਵੀ ਤੁਹਾਡੇ ਲਈ ਦੁਆ ਬੇਨਤੀ ਕਰੂੰਗਾ, ਅਰਦਾਸ ਕਰਾਂਗਾ ਤੁਹਾਡੇ ਲਈ। ਹੇ ਪ੍ਰਭੂ, ਹੇ ਗੁਰਦੇਵ ਮਹਾਰਾਜ, ਇਹਨਾਂ ਸੰਗਤਾਂ ਨੂੰ ਹਮੇਸ਼ਾ ਆਪਣੇ ਨਾਮ ਦੇ ਨਾਲ, ਆਪਣੇ ਚਰਨਾਂ ਦੇ ਨਾਲ, ਆਪਣੀ ਬੰਦਗੀ ਨਾਲ ਜੋੜ ਕੇ ਰੱਖਣਾ। ਇਹਨਾਂ ਨੂੰ ਕਿਰਪਾ ਕਰਨਾ, ਇਹਨਾਂ ਨੂੰ ਕਿ ਵੱਧ ਤੋਂ ਵੱਧ ਸਿਮਰਨ ਕਰਨ, ਵੱਧ ਤੋਂ ਵੱਧ ਬੰਦਗੀ ਕਰਨ, ਠੀਕ ਹੈ। ਔਰ ਦਾਸ ਦੇ ਕੋਲੋਂ ਕੁਝ ਬੋਲਣ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰ ਦੇਣਾ। ਜੇ ਵਿਚਾਰ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਠੀਕ ਹੈ। ਆਪ ਪੂਰਾ ਪਰਿਵਾਰ ਬੈਠ ਕੇ ਬੰਦਗੀ ਕਰਿਆ ਕਰੋ, ਠੀਕ ਹੈ। ਆਪ ਤੁਸੀਂ ਕਰੋਗੇ ਭਗਤੀ, ਤੁਹਾਡੇ ਵੱਲ ਤੁਹਾਡੇ ਬੱਚੇ ਦੇਖ ਕੇ ਬੰਦਗੀ ਕਰਨਗੇ, ਭਗਤੀ ਕਰਨਗੇ। ਜੇ ਤੁਸੀਂ ਆਪ ਹੀ ਨਹੀਂ ਭਗਤੀ ਕਰੋਗੇ ਤੁਹਾਡੇ ਬੱਚਿਆਂ ਨੇ ਕੀ ਕਰਨਾ ਫਿਰ, ਠੀਕ ਹੈ ਨਾ। ਬੱਚੇ ਛੋਟੇ ਬੱਚੇ ਨੇ, ਕੱਚੇ ਭਾਂਡੇ ਨੇ, ਜਿੱਦ ਤੁਸੀਂ ਲਗਾ ਲਏ ਨੇ ਉਧਰ ਲੱਗ ਜਾਣਾ। ਕੋਸ਼ਿਸ਼ ਕਰਿਆ ਕਰੋ ਇਹ ਆਪਣੇ ਨਾਲ ਇਹਨਾਂ ਨੂੰ ਬੱਚਿਆਂ ਨੂੰ ਵੀ ਬਿਠਾ ਕੇ ਸਿਮਰਨ ਕਰਨ ਦੀ, ਬੰਦਗੀ ਕਰਨ ਦੀ ਕੋਸ਼ਿਸ਼ ਕਰੋ। ਇਹਨਾਂ ਕੋਲ ਵੀ ਕਰਾਇਆ ਕਰੋ, ਆਪਣੇ ਨਾਲ ਬਿਠਾ ਕੇ ਤੁਸੀਂ ਬੰਦਗੀ ਸਿਮਰਨ ਕਰਿਆ ਕਰੋ। 1 ਘੰਟਾ ਹੀ ਰੋਜ਼ ਕਰੋਗੇ ਤਾਂ ਵੀ ਤੁਸੀਂ ਕਿਤੇ ਨਾ ਕਿਤੇ ਤੁਹਾਡੇ ਬੱਚੇ ਪਹੁੰਚ ਜਾਓਗੇ। ਹੌਲੀ ਹੌਲੀ ਉਹਨਾਂ ਦੇ ਜੀਵਨ ਬਦਲਣਾ ਸ਼ੁਰੂ ਹੋਵੇਗਾ, ਠੀਕ ਹੈ। ਸਾਰੇ ਰੋਗਾਂ ਦਾ ਇੱਕੋ ਦਵਾਈ ਆ, ਸਿਮਰਨ, ਬੰਦਗੀ। ਕੋਈ ਪੈਸਾ ਨਹੀਂ ਲੱਗਣਾ, ਫ੍ਰੀ ਦਾ ਸੌਦਾ। ਕਿਤੇ ਆਉਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਆਪਣੇ ਘਰ 'ਚ ਹੀ ਬੈਠ ਕੇ ਸਿਮਰਨ ਕਰੋ, ਸਿਮਰਨ ਕਰੋ। ਇਹ ਜਿਹਾ ਸੱਚਾ ਸੌਦਾ, ਸਸਤਾ ਸੌਦਾ ਤੁਹਾਨੂੰ ਕਿਤੇ ਨਹੀਂ ਮਿਲਣਾ। ਇੱਕ ਕੰਮ ਕਰਨਾ, ਸਿਰਫ ਸਿਮਰਨ, ਬੰਦਗੀ। ਤੁਹਾਡੇ ਪ੍ਰਭੂ ਨੇ, ਉਸ ਪ੍ਰਮਾਤਮਾ ਨੇ 1000 ਕੰਮ ਤੁਹਾਡੇ ਕਰਨੇ। ਤੁਹਾਡੇ ਕਰਮਾਂ ਨੂੰ, ਐਡੇ ਵੱਡੇ ਸਖਤ ਕਰਮਾਂ ਨੂੰ ਛੋਟੇ ਛੋਟੇ ਕਰ ਦੇਣਾ, ਸੂਲੀ ਦੇ ਸੂਲ ਬਣਾ ਦੇਣਾ, ਠੀਕ ਹੈ ਨਾ। ਤੁਸੀਂ ਰੋਜ਼ ਸਿਮਰਨ ਕਰਨਾ, ਰੋਜ਼ ਬੰਦਗੀ, ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਜੇ ਕੁਝ ਨਹੀਂ ਪਤਾ ਲੱਗਦਾ ਤੇ ਦਾਸ ਨਾਲ ਸ਼ੇਅਰ ਕਰ ਸਕਦੇ ਆ, ਹੈਨਾ। ਜੇ ਨਹੀਂ ਪਤਾ ਲੱਗਦਾ ਕੁਝ ਤਾਂ ਉਹ ਪੁੱਛ ਸਕਦੇ ਹੋ ਤੇ ਮੈਂ ਤੁਹਾਡੇ ਨਾਲ ਵਿਚਾਰ ਕਰਾਂਗਾ। ਪਰ ਭਗਤੀ ਕਰਨੀ ਹੈ ਰੋਜ਼। ਸਵਾਲ ਜਿੰਨੇ ਮਰਜ਼ੀ ਕਰੋ, ਹਜ਼ਾਰਾਂ ਸਵਾਲ ਕਰੋ, ਤੁਹਾਨੂੰ ਹਜ਼ਾਰਾਂ ਸਵਾਲਾਂ ਦੇ ਜਵਾਬ ਮਿਲਣਗੇ। ਪਰ ਇਹ ਨਹੀਂ ਕਿ ਆਪਾਂ ਸਵਾਲ ਹੀ ਸਵਾਲ ਕਰੀ ਜਾਂਦੇ, ਸਵਾਲ ਹੀ ਸਵਾਲ ਕਰੀ ਜਾਂਦੇ। ਕਰਨਾ ਵੀ ਹੈਗਾ, ਕਿਉਂਕਿ ਜਦ ਤੱਕ ਤੁਸੀਂ ਆਪ ਅਭਿਆਸ ਨਹੀਂ ਕਰੋਗੇ, ਪ੍ਰੈਕਟੀਕਲੀ ਨਹੀਂ ਕਰੋਗੇ, ਅਨੁਭਵ ਤੁਹਾਡੇ ਸਵਾਲਾਂ ਨੂੰ ਖਤਮ ਕਰਦਾ। ਬਾਹਰ ਦਾ ਗਿਆਨ, ਕਿਤਾਬੀ ਗਿਆਨ, ਇਹ ਖਤਰਨਾਕ ਆ। ਇਹ ਤੁਹਾਡੇ ਸਵਾਲ ਪੈਦਾ ਕਰੇਗਾ। ਬਾਹਰ ਦੀ ਪੜ੍ਹਾਈਆਂ ਤੁਹਾਡੇ ਸਵਾਲ ਪੈਦਾ ਕਰੇਗੀ। ਜੋ ਤੁਸੀਂ ਅਨੁਭਵ ਕਰੋਗੇ, ਆਪ ਪ੍ਰੈਕਟੀਕਲ ਕਰੋਗੇ, ਅੰਦਰ ਦੀ ਯਾਤਰਾ ਕਰੋਗੇ, ਅਨੁਭਵ ਕਰੋਗੇ, ਤਾਂ ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣਗੇ। ਇਸ ਕਰਕੇ ਅਨੁਭਵ ਕਰੋ, ਆਪਣਾ ਪ੍ਰੈਕਟੀਕਲ ਕਰੋ, ਰੋਜ਼ ਸਿਮਰਨ ਕਰੋ। ਇੱਥੇ ਆ ਜਾਓ, ਬਸ ਇੱਥੇ ਪਹੁੰਚ ਜਾਓ, ਠੀਕ ਹੈ। ਮੈਂ ਉਮੀਦ ਕਰਦਾ ਤੁਸੀਂ ਹਮੇਸ਼ਾ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗੋਗੇ, ਸੰਸਾਰ ਦੇ ਪਦਾਰਥ ਨਾ ਮੰਗੋ, ਠੀਕ ਹੈ। ਜੋ ਤੁਹਾਡੇ ਕਰਮਾਂ 'ਚ ਹੈਗਾ, ਜੈਸੇ ਤੁਸੀਂ ਕਰਮ ਕੀਤੇ ਨੇ, ਉਹ ਜਿਹਾ ਤੁਹਾਨੂੰ ਫਲ ਮਿਲੇਗਾ। ਅੱਛਾ ਕੀਤਾ ਅੱਛਾ ਹੀ ਮਿਲੇਗਾ, ਮਾੜਾ ਹੀ ਕੀਤਾ ਤੇ ਮਾੜਾ ਹੀ ਮਿਲੇਗਾ। ਕਿਸੇ ਨੂੰ ਦੁੱਖ ਦੇ ਕੇ ਸੁੱਖ ਦੀ ਆਸ ਨਹੀਂ ਰੱਖਣੀ। ਕਿਸੇ ਨੂੰ ਸੁੱਖ ਦਿਓਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਸੁੱਖ ਮਿਲੇਗਾ। ਦੂਜੇ ਨੂੰ ਖੁਸ਼ੀਆਂ ਦਿਓਗੇ ਤਾਂ ਤੁਸੀਂ ਵੀ ਖੁਸ਼ੀਆਂ ਦੇ ਪਾਤਰ ਬਣ ਸਕਦੇ ਹੋ।
ਜੇ ਕਿਸੇ ਨੂੰ ਦੁੱਖ ਦੇ ਕੇ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ। ਇਸ ਕਰਕੇ ਹਰ ਕਿਸੇ ਦਾ ਭਲਾ ਕਰਿਆ ਕਰੋ, ਹਰ ਕਿਸੇ ਨੂੰ ਖੁਸ਼ੀਆਂ ਦਿਆ ਕਰੋ, ਇੱਕ ਦੂਜੇ ਨਾਲ ਪ੍ਰੇਮ ਕਰਿਆ ਕਰੋ, ਇੱਕ ਦੂਜੇ ਦੀ ਸਹਾਇਤਾ ਕਰਿਆ ਕਰੋ, ਉਹ ਰੋਜ਼ ਸਿਮਰਨ ਕਰਦੇ ਰਿਹਾ ਕਰੋ। ਹੱਥ ਕਾਰ ਵੱਲ, ਦਿਲ ਯਾਰ ਵੱਲ। ਠੀਕ ਹੈ, ਆਪਣੇ ਹੱਥ ਕੰਮਕਾਰ ਕਰਦੇ ਰਿਹਾ ਕਰੋ, ਦਿਲ ਹਮੇਸ਼ਾ ਪਰਮਾਤਮਾ ਅੰਦਰ ਜੁੜਿਆ ਰਵੇ। ਹਰ ਟਾਈਮ ਤੁਹਾਡਾ ਚੱਲਦੇ ਫਿਰਦੇ, ਉੱਠਦੇ ਬਹਿੰਦੇ, ਸੌਂਦੇ ਜਾਗਦੇ ਤੁਹਾਡਾ ਅੰਤਰ ਵਿੱਚ ਸਿਮਰਨ ਚੱਲਦੇ ਰਹਿਣਾ ਚਾਹੀਦਾ। ਵਾਹਿਗੁਰੂ 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 ਵਾਹਿਗੁਰੂ, ਇਹਦਾ ਸਿਮਰਨ ਚੱਲਦੇ ਰਹਿਣਾ ਚਾਹੀਦਾ। ਠੀਕ ਹੈ। ਜੈ ਲਖਦੱਤਾ ਪੀਰ ਦੀ, ਮੌਜ਼ ਫਕੀਰ ਦੀ।